शिवानी ट्यूटोरियल वेख रहे सारे लोगों ਨੂੰ जी आया ਨੂੰ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਤੁਸੀਂ ਐਮਬਰਾਇਡਰੀ ਵਾਲੀ ਕੱਪੜੇ ਜਾਂ ਫਿਰ ਵਰਕ ਕੀਤੇ ਹੋਏ ਕੱਪੜੇ ਦੇ ਕਮੀਜ਼ ਦੀ ਕਟਾਈ ਕਰ ਸਕਦੇ ਹੋ। ਸਭ ਤੋਂ ਪਹਿਲੇ ਕੱਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲਓ। ਹੁਣ ਕਮੀਜ਼ ਦੀ ਲੰਬਾਈ ਹੈ 36 ਇੰਚੀ। मोढा 6 इंची, गला 2.5 इंची, गले की लंबाई 6 इंची, कमर की लंबाई 12 इंची, मोढे की लंबाई 18 इंची। आस्तीन 6 इंची, कमीज का सीना 20 इंची होएगा, जिहड़ा कि तैयार होके 40 इंची हो जाएगा। ते इत्थे मैं 1.5 इंची फालतू लिता है सिलाई दे लई। नीचे शरीर की चौड़ाई दे लई 9.5 इंची इत्थे मैं निशान लगा लेता है। मोढे की चौड़ाई 10 इंची, ते 1.5 इंची फालतू। हुण मैं अगले पासे ते गले का डिजाइन बना रही हूँ। थलवे पासे मैं 12 इंची लेता है ते 1 इंची फालतू सिलाई दे लई। हुण इत्थे 10 इंची नू 9.5 इंची नाल मिलाओ ते फिर 9.5 इंची नू 10 इंची दे नाल। फिर एक बारी आखिर विच 10 इंची नू 11 इंची दे नाल मिला लो। ए देखो, मैं तुहानू दस्सिया सी कि इत्थे मैं 1 इंची फालतू लेता है। सिलाई दे लई सानू 1 इंची दा फालतू मार्जिन रखना है। इस तरीके नाल साडी कुर्ती दी ड्राइंग होएगी। इसनू गोलाकार विच शेप दिओ ते हुण मैं तुहानू इस कमीज दा अगला हिस्सा कट के दिखावांगी। फालतू कपड़े नू कट के एक पासे कर दिओ। ਤੇ ਇੱਥੇ 18 ਇੰਚੀ ਤੇ 12 ਇੰਚੀ ਦੋ ਜਗ੍ਹਾ ਤੇ ਨਿਸ਼ਾਨ ਲਗਾ ਦਿਓ। ਇੱਕ ਨਿਸ਼ਾਨ ਮੋਢਾ ਤੇ ਦੂਜਾ ਨਿਸ਼ਾਨ ਨੀਚੇ ਦੇ ਸਰੀਰ ਦੇ ਲਈ ਹੈ।
ਦੋਸਤੋ, ਇਹ ਸੀਗਾ ਕਮੀਜ਼ ਦਾ ਅਗਲੇ ਪਾਸੇ ਦੀ ਕਟਾਈ। ਹੁਣ ਮੈਂ ਤੁਹਾਨੂੰ ਪਿਛਲੇ ਪਾਸੇ ਦੀ ਕਟਾਈ ਬਾਰੇ ਦੱਸਾਂਗੀ। ਥਲਵੇ ਪਾਸਿਓਂ 2 ਇੰਚੀ ਫਾਲਤੂ ਲੈ ਲਿਓ ਤੇ ਇਹਨੂੰ ਕੱਟ ਦਿਓ। ਬਾਜੂ ਦੀ ਲੰਬਾਈ 6 ਇੰਚੀ ਹੈ ਤੇ ਇਹਦੀ ਚੌੜਾਈ 9 ਇੰਚੀ। ਆਸਤੀਨ ਲਈ 6 ਇੰਚੀ ਦਾ ਲੰਬਾਈ ਦਾ ਨਿਸ਼ਾਨ ਲਗਾਓ ਤੇ 9 ਇੰਚੀ ਉਹਦੀ ਚੌੜਾਈ ਦਾ। ਤਿੰਨ ਇੰਚੀ ਦੋਨਾਂ ਪਾਸਿਆਂ ਤੇ ਫਾਲਤੂ ਲੈ ਕੇ 9 ਇੰਚੀ ਤੇ ਉੱਤੇ ਤੁਸੀਂ ਇਸ ਗੋਲਾਕਾਰ ਤਰੀਕੇ ਨਾਲ ਇੱਕ ਸ਼ੇਪ ਬਣਾਓ ਤੇ ਦੋਨਾਂ ਨੂੰ ਆਪਸ ਵਿੱਚ ਜੋੜ ਦਿਓ। ਇਹ ਸਾਡੀ ਪਿਛਲੇ ਪਾਸੇ ਦੀ ਵੀ ਡਰਾਇੰਗ ਹੋ ਗਈ ਹੈ। ਹੁਣ ਮੈਂ ਤੁਹਾਨੂੰ ਇਹਨੂੰ ਕੱਟ ਕੇ ਵਿਖਾਵਾਂਗੀ। ਇਸ ਤੋਂ ਬਾਅਦ ਅਸੀਂ ਬੁਕਰਮ ਦੇ ਉੱਤੇ ਗਲੇ ਦਾ ਡਿਜ਼ਾਈਨ ਬਣਾਵਾਂਗੇ। ਦੋਨੋਂ ਪਾਸਿਆਂ ਤੋਂ 1.5 ਇੰਚੀ ਦਾ ਨਿਸ਼ਾਨ ਲਗਾ ਕੇ ਇਸ ਤਰੀਕੇ ਨਾਲ ਗੋਲਾਕਾਰ ਸ਼ੇਪ ਦਿੰਦੇ ਹੋਏ ਗਲੇ ਦੀ ਕਟਾਈ ਕਰ ਲਓ। ਹੁਣ ਬੁਕਰਮ ਨੂੰ ਕੱਪੜੇ ਤੇ ਰੱਖ ਕੇ ਉਹਨੂੰ ਸੇਮ ਡਿਜ਼ਾਈਨ ਦੇ ਦਿਓ। ਇਹ ਦੇਖੋ, ਇਸ ਤਰੀਕੇ ਨਾਲ ਗਲੇ ਦਾ ਡਿਜ਼ਾਈਨ ਵੀ ਤਿਆਰ ਹੈ।
ਤੇ ਦੋਸਤੋ, ਇਸ ਤਰੀਕੇ ਨਾਲ ਤੁਸੀਂ ਕਮੀਜ਼ ਜਾਂ ਫਿਰ ਕੁਰਤੀ ਦੀ ਕਟਿੰਗ ਕਰ ਸਕਦੇ ਹੋ। ਅੱਜ ਮੈਂ ਤੁਹਾਨੂੰ ਸਿੰਪਲ ਪਟਿਆਲਾ ਸਲਵਾਰ ਦੀ ਕਟਾਈ ਤੇ ਉਹਦੀ ਡਰਾਇੰਗ ਬਾਰੇ ਦੱਸਾਂਗੀ। ਕੱਪੜੇ ਦੀ ਲੰਬਾਈ 2.5 ਇੰਚੀ ਹੈ। ਇੱਥੇ ਮੈਂ ਇਸ ਕੱਪੜੇ ਨੂੰ 2 ਭਾਗਾਂ ਵਿੱਚ ਫੋਲਡ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਕਮਰ ਦੀ ਪੱਟੀ ਕੱਟ ਲਾਂਗੇ। ਕਮਰ ਦੀ ਪੱਟੀ ਦੀ ਲੰਬਾਈ 10 ਇੰਚੀ ਹੈ। ਇਹਦੀ ਚੌੜਾਈ 20 ਇੰਚੀ ਹੈ। ਮੈਂ ਇੱਥੇ 2 ਇੰਚੀ ਵਾਧੂ ਲਿੱਤਾ ਹੈ। दस इंची ਤੇ ਉੱਤੇ ਨਿਸ਼ਾਨ ਲਗਾ ਕੇ ਉਹਨੂੰ ਦੋਨੋਂ ਪਾਸਿਆਂ ਦੇ ਨਾਲ ਜੋੜ ਦਿਓ। ਇਸ ਤਰੀਕੇ ਨਾਲ ਕਮਰ ਦੀ ਪੱਟੀ ਨੂੰ ਕੱਟ ਕੇ ਇੱਕ ਪਾਸੇ ਰੱਖ ਲਓ। ਹੁਣ ਅਸੀਂ 22 ਇੰਚੀ ਦੀ ਕਮਰ ਪੱਟੀ ਦੀ ਚੌੜਾਈ ਦੀ ਕਟਿੰਗ ਕਰਾਂਗੇ। ਅੱਧੇ ਕੱਪੜੇ ਨੂੰ ਇਸ ਤਰੀਕੇ ਨਾਲ ਤੇ ਦੂਜੇ ਬਾਕੀ ਅੱਧੇ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਰੱਖੋ। ਸਾਡੀ 22 ਇੰਚੀ ਦੀ ਕਮਰ ਦੀ ਪੱਟੀ ਤਿਆਰ ਹੈ, ਜਿਹਦੀ ਲੰਬਾਈ 10 ਇੰਚੀ ਹੈ। डेढ़ इंची कपड़ा अंदर मोड़न लई ते आधा इंची सिलाई दे लई। इत्थे 7.5 इंची दी कमर पट्टी दी लाइन तैयार है। ਹੁਣ मैं कपड़े ਨੂੰ 4 ਤਹਿਵਾਂ ਨਾਲ फोल्ड कर ਦਿੱਤਾ है ਤੇ ਇਹਨੂੰ ਆਰਾਮ ਨਾਲ ਫਰਸ਼ ਤੇ ਰੱਖ ਦਿਓ। ਇਹਦੀ ਤਿਆਰ ਲੰਬਾਈ 35 ਇੰਚੀ ਹੈ। ਅਸੀਂ ਪਟਿਆਲਾ ਸਲਵਾਰ ਬਣਾ ਰਹੇ ਹਾਂ, ਇਸ ਕਰਕੇ ਮੈਂ 17.5 ਇੰਚੀ ਯਾਨੀ ਕਿ 17.5 ਇੰਚੀ ਦੇ ਨਿਸ਼ਾਨ ਲਾ ਦਾਂਗੀ। ਖੁੱਲੇ ਭਾਗ ਤੇ 17.5 ਇੰਚੀ ਤੇ ਨਿਸ਼ਾਨ ਲਾ ਦਿਓ। सत्त इंची ਪੌਂਚੇ ਦੇ ਲਈ ਇਹਨਾਂ ਦੋਨਾਂ ਭਾਗਾਂ ਨੂੰ ਚਾਕ ਦੀ ਮਦਦ ਨਾਲ ਜੋੜ ਲਓ। ਮਿਆਨੀ ਦੇ ਲਈ ਮੈਂ 8 ਇੰਚੀ ਦਾ ਨਿਸ਼ਾਨ ਲਾ ਦਿੱਤਾ ਹੈ।
ਇਹਨਾਂ ਦੋਨਾਂ ਨੂੰ 7 ਇੰਚੀ ਦੇ ਨਾਲ ਰਲਾ ਲਓ ਤੇ ਇਹ ਦੇਖੋ ਹੁਣ ਇਹ ਟੋਟਲ 15 ਇੰਚੀ ਹੋ ਗਿਆ ਹੈ। ਤੇ ਇਸ ਤਰੀਕੇ ਨਾਲ ਸਾਡੀ ਸਿੰਪਲ ਪਟਿਆਲਾ ਸਲਵਾਰ ਦੀ ਡਰਾਇੰਗ ਕੰਪਲੀਟ ਹੋ ਗਈ ਹੈ। ਹੁਣ ਮੈਂ ਤੁਹਾਨੂੰ ਇਹਦੀ ਕਟਿੰਗ ਦਿਖਾਉਂਦੀ ਹਾਂ। ਇਹ ਦੇਖੋ ਇਸ ਤਰੀਕੇ ਦੇ ਨਾਲ ਇਹਨੂੰ ਫੋਲਡ ਕਰੋ ਤੇ ਦੋਨੋਂ ਪਾਸਿਆਂ ਨੂੰ ਇਸ ਤਰੀਕੇ ਦੇ ਨਾਲ ਇਹਨੂੰ ਰੱਖ ਦਿਓ। ਇਹ ਸਾਡੀ 2 ਕਲੀਆਂ ਤਿਆਰ ਹੋ ਗਈਆਂ ਨੇ। ਦੋਨੋਂ ਪਾਸੇ ਇੱਕ ਇੱਕ ਕਲੀ ਰੱਖ ਦਿਓ ਤੇ ਹੁਣ ਇਹਦੀ ਸਿਲਾਈ ਕਰੋ। ਵੀਡੀਓ ਨੂੰ ਦੇਖਣ ਲਈ ਬਹੁਤ ਧੰਨਵਾਦ। ਸਾਡੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।